ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ। ਸਾਰਿਆਂ ਨੂੰ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਅੱਜ ਅਸੀਂ ਇੱਕ ਇਹੋ ਜਿਹਾ ਟੌਪਿਕ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਜਿਹਦੇ ਬਾਰੇ ਪੜ੍ਹਦਾ ਪਾਇਆ ਜਾਂਦਾ, ਅਕਸਰ ਗੱਲ ਨਹੀਂ ਹੁੰਦੀ। ਐਂਡ ਉਸ ਪੜ੍ਹਦੇ ਕਰਕੇ ਕਿੰਨਾ ਵੱਡਾ ਨੁਕਸਾਨ ਹੋ ਰਿਹਾ ਸਾਡੀ ਕਮਿਊਨਿਟੀ ਦਾ, ਕਿੰਨਾ ਵੱਡਾ ਇੱਕ ਧੱਬਾ ਲੱਗਿਆ ਹੋਇਆ ਸਾਡੀ ਕਮਿਊਨਿਟੀ 'ਤੇ। ਐਂਡ ਅਕਸਰ ਇਹੋ ਜਿਹੀ ਕਹਾਣੀਆਂ ਬਾਰੇ ਜੋ ਕਾਰਨ ਬਣ ਕੇ ਅੱਗੇ ਆਉਂਦੀਆਂ, ਇਹੋ ਜਿਹੀ ਕਹਾਣੀਆਂ ਬਾਰੇ ਸਾਨੂੰ ਸਿਰਫ ਤਦ ਸੁਣਨ ਨੂੰ ਮਿਲਦਾ ਹੈ ਜਦੋਂ ਟੂ ਲੇਟ ਹੋ ਜਾਂਦਾ ਹੈ। ਰੀਸੈਂਟਲੀ ਨਿਊਯਾਰਕ ਸਿਟੀ ਦੇ ਵਿੱਚ ਮਨਦੀਪ ਕੌਰ ਦਾ ਇੱਕ ਕੇਸ ਹੋਇਆ। ਮਨਦੀਪ ਕੌਰ ਦੀ ਖੁਦਕੁਸ਼ੀ ਤੇ ਡੋਮੈਸਟਿਕ ਅਬਿਊਜ਼ ਦੇ ਕੇਸ ਨੇ ਸਾਡੇ ਸਾਰਿਆਂ ਨੂੰ ਇੱਕ ਬਹੁਤ ਵੱਡਾ ਸਵਾਲ ਪੁੱਛਣ ਨੂੰ ਮਜਬੂਰ ਕੀਤਾ ਕਿ ਅਸੀਂ ਇੱਥੇ ਤੱਕ ਪਹੁੰਚੇ ਕਿੱਦਾਂ, ਇਹ ਹੋ ਕਿੱਦਾਂ ਸਕਦਾ ਹੈ ਸਾਡੀ ਕਮਿਊਨਿਟੀ ਦੇ ਵਿੱਚ, ਨਿਊਯਾਰਕ ਸਿਟੀ ਦੇ ਵਿੱਚ, ਜਿੱਥੇ ਇੰਨੇ ਰਿਸੋਰਸਿਸ, ਇੰਨੀ ਪੋਪੂਲੇਸ਼ਨ ਸਾਡੀ ਵਸਦੀ ਹੈ, ਇੰਨੇ ਗੁਰਦੁਆਰੇ ਸਾਡੇ ਮੌਜੂਦ ਸੀ। ਕਿਸ ਤਰ੍ਹਾਂ ਇਹ ਹੋ ਸਕਦਾ ਸੀ ਕਿ ਇੱਕ ਔਰਤ ਇੰਨੇ ਸਾਲਾਂ ਤੋਂ ਇਹੋ ਜਿਹਾ ਅਬਿਊਜ਼ ਝੇਲ ਰਹੀ ਸੀ ਤੇ ਉਹਨੂੰ ਕੋਈ ਮਦਦ ਨਹੀਂ ਮਿਲੀ, ਤੇ ਅਗਰ ਮਦਦ ਮਿਲੀ ਤੇ ਉਹ ਮਦਦ ਲੈ ਨਹੀਂ ਪਾਈ, ਕਿ ਉਹ ਇੰਨੀ ਗਈ ਗੁਜ਼ਰੀ ਸਿਚੁਏਸ਼ਨ ਵਿੱਚ ਪਹੁੰਚ ਗਈ ਸੀ ਕਿ ਉਹਨੂੰ ਆਪ ਦੀ ਜਾਨ ਲੈਣੀ ਪਈ। ਬਟ ਅੱਜ ਅਸੀਂ ਅਗਰ ਭਾਵੇਂ ਮਨਦੀਪ ਕੌਰ ਦਾ ਨਾਂ ਜ਼ਰੂਰ ਲੈ ਰਹੇ ਹਾਂ, ਇਹ ਸਿਰਫ ਇੱਕ ਕੇਸ, ਇੱਕ ਇਨਸਾਨ ਦੀ ਜਾਨ ਦੀ ਗੱਲ ਨਹੀਂ ਹੈ। ਇਹ ਇੱਕ ਇਹੋ ਜਿਹੀ ਤੁਸੀਂ ਕਹਿ ਲਓ ਬਿਮਾਰੀ ਹੈ ਜੋ ਸਾਡੀ ਸਾਰੀ ਕਮਿਊਨਿਟੀ ਨੂੰ ਅਫੈਕਟ ਕਰਦੀ ਹੈ। ਸਾਊਥ ਏਸ਼ੀਅਨ ਦੇਸੀ ਕਮਿਊਨਿਟੀ ਦੇ ਵਿੱਚ ਜ਼ਿਆਦਾ ਵੱਡੇ ਲੈਵਲ 'ਤੇ ਪਾਈ ਜਾਂਦੀ ਹੈ। ਹਰ ਇੱਕ ਕਮਿਊਨਿਟੀ ਦੇ ਵਿੱਚ ਇਹ ਡੋਮੈਸਟਿਕ ਵਾਇਲੈਂਸ ਦਾ ਇਸ਼ੂ ਜ਼ਰੂਰ ਮੌਜੂਦ ਹੁੰਦਾ ਹੈ, ਬਟ ਦੇਸੀ ਕਮਿਊਨਿਟੀਜ਼ ਦੇ ਵਿੱਚ, ਸਾਊਥ ਏਸ਼ੀਅਨਸ ਦੇ ਵਿੱਚ ਇਹ ਪ੍ਰੋਬਲਮ ਇੱਕ ਅਨੋਖਾ ਰੂਪ ਲੈ ਕੇ ਅੱਗੇ ਆਉਂਦੀ ਹੈ। ਕੁਝ ਇਹੋ ਜਿਹੇ ਯੂਨੀਕ ਐਟਰੀਬਿਊਟਸ ਅਸੀਂ ਕਹਿ ਸਕਦੇ ਹਾਂ, ਅਨੋਖੀਆਂ ਇੰਸਟੈਂਸਿਸ ਜਿਹਦੇ ਕਰਕੇ ਭਾਵੇਂ ਉਹ ਕਲਚਰਲੀ ਹੋਣ, ਭਾਵੇਂ ਉਹ ਧਾਰਮਿਕ ਤੌਰ 'ਤੇ ਹੋਣ, ਇਮੀਗ੍ਰੇਸ਼ਨ ਸਟੇਟਸ ਕਰਕੇ ਹੋਣ, ਫਾਈਨੈਂਸ਼ੀਅਲ ਕਰਕੇ ਹੋਣ, ਜਾਂ ਜਿਸ ਤਰ੍ਹਾਂ ਅਸੀਂ ਔਰਤਾਂ ਨੂੰ ਦਬਾ ਕੇ ਰੱਖਦੇ ਹਾਂ ਉਹਦੇ ਕਰਕੇ ਹੋਣ, ਇਹ ਚੀਜ਼ਾਂ ਸਾਡੀ ਦੇਸੀ ਕਮਿਊਨਿਟੀ ਵਿੱਚ ਕਿਉਂ ਪਾਈ ਜਾਂਦੀਆਂ? ਕਿਸ ਤਰ੍ਹਾਂ ਅਸੀਂ ਇਹਨਾਂ ਨੂੰ ਬਦਲ ਸਕਦੇ ਹਾਂ, ਵੱਡੇ ਲੈਵਲ ਦਾ ਬਦਲਾਵ ਲੈ ਕੇ ਆ ਸਕਦੇ ਹਾਂ, ਤਾਂ ਕਿ ਅੱਜ ਭਾਵੇਂ ਮਨਦੀਪ ਕੌਰ ਦਾ ਨਾਂ ਅਸੀਂ ਲੈ ਰਹੇ ਹਾਂ, ਕੱਲ੍ਹ ਕਿਸੇ ਹੋਰ ਦਾ ਨਾਂ ਅਸੀਂ ਲਵਾਂਗੇ, ਇਹ ਚੀਜ਼ਾਂ ਨਾ ਹੋਣ। ਇਨਫੈਕਟ ਮਨਦੀਪ ਕੌਰ ਦਾ ਕੇਸ ਤਾਂ ਖੁਦਕੁਸ਼ੀ ਕਰਕੇ ਸਾਡੇ ਦਿਲ ਦੇ ਇੰਨੇ ਕਰੀਬ ਜਿਸ ਤਰ੍ਹਾਂ ਇਹ ਚੀਜ਼ ਸਾਨੂੰ ਛੂ ਕੇ ਗਈ, ਇਸ ਕਰਕੇ ਅਸੀਂ ਇਹਦਾ ਜ਼ਿਕਰ, ਇਹਦੀ ਕਵਰੇਜ ਕਰ ਰਹੇ ਹਾਂ। ਬਟ ਰੀਸੈਂਟਲੀ ਅਗਰ ਅਸੀਂ ਦੇਸੀ ਕਮਿਊਨਿਟੀ ਦੀ ਗੱਲ ਕਰਨੀ ਹੋਏ, ਕੁਝ ਹਫ਼ਤਿਆਂ ਪਹਿਲੇ ਹੀ ਇੱਕ ਹੋਰ ਕੇਸ ਸੀਗਾ। ਇਸ ਕੇਸ ਬਾਰੇ ਤੇ ਹੋਰ ਕੁਝ ਕੇਸਿਸ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੀ ਹਾਂ। ਸਾਨੀਆ ਖਾਨ ਇੱਕ ਇਹੋ ਜਿਹਾ ਨਾਂ, ਭਾਵੇਂ ਸਾਡੀ ਕਮਿਊਨਿਟੀ ਵਿੱਚ ਵੱਡੇ ਲੈਵਲ 'ਤੇ ਨਹੀਂ ਇਹਦਾ ਜ਼ਿਕਰ ਹੋ ਰਿਹਾ, ਬਟ ਇਸ ਸਟੋਰੀ ਬਾਰੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸਣਾ ਚਾਹੁੰਦੀ ਹਾਂ। 29 ਸਾਲ ਦੀ ਇੱਕ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਫੋਟੋਗ੍ਰਾਫਰ, ਟਿਕਟੋਕਰ ਸਾਨੀਆ ਖਾਨ ਦਾ ਮਰਡਰ ਰੀਸੈਂਟਲੀ ਹੋਇਆ। ਉਹਦੇ ਐਸਟ੍ਰੇਂਜਡ ਹਸਬੈਂਡ ਨੇ, ਜਿਸ ਪਤੀ ਨੂੰ ਉਹ ਛੱਡ ਚੁੱਕੀ ਸੀ, ਉਹਨੂੰ ਡਿਵੋਰਸ ਦੇ ਦਿੱਤਾ ਸੀ, ਉਸ ਇਨਸਾਨ ਨੇ ਆ ਕੇ ਸਾਨੀਆ ਖਾਨ ਨੂੰ ਗੋਲੀ ਦੇ ਨਾਲ ਮਾਰ ਦਿੱਤਾ। ਇਸ 29 ਸਾਲ ਦੀ ਵੈਲ ਐਜੂਕੇਟਿਡ, ਇੰਡੀਪੈਂਡੈਂਟ, ਸਟਰੋਂਗ ਔਰਤ ਨੇ ਉਹ ਫੈਸਲਾ ਲੈ ਲਿੱਤਾ ਸੀ ਜੋ ਅਸੀਂ ਕਹਿੰਦੇ ਅਕਸਰ ਔਰਤਾਂ ਨਹੀਂ ਲੈ ਪਾਉਂਦੀਆਂ। ਫਿਰ ਵੀ ਉਹ ਇਸ ਮੁਸੀਬਤ ਤੋਂ ਛੁਟਕਾਰਾ ਨਹੀਂ ਪਾ ਸਕੀ। ਇਨਫੈਕਟ ਸਾਨੀਆ ਖਾਨ ਦਾ ਮਰਡਰ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਹਰ ਇੱਕ ਔਰਤ ਨੂੰ ਇਹ ਪੁੱਛਣ ਨੂੰ ਮਜਬੂਰ ਕਰ ਰਿਹਾ ਹੈ ਕਿ ਕੀ ਮੇਰੇ ਨਾਲ ਵੀ ਇਹੋ ਜਿਹੀ ਚੀਜ਼ ਵਾਪਰ ਸਕਦੀ ਸੀ? ਅਗਰ ਮੈਂ ਇੱਕ ਅਬਿਊਸਿਵ ਰਿਲੇਸ਼ਨਸ਼ਿਪ ਵਿੱਚ ਰਹਿੰਦੀ ਜਾਂ ਉਸ ਰਿਲੇਸ਼ਨਸ਼ਿਪ ਨੂੰ ਛੱਡਣ ਦੀ ਕੋਸ਼ਿਸ਼ ਕਰਦੀ, ਕਿ ਮੇਰੇ ਨਾਲ ਵੀ ਉਹੀ ਹੋ ਸਕਦਾ ਸੀ ਜੋ ਸਾਨੀਆ ਖਾਨ ਨਾਲ ਹੋਇਆ। ਬਟ ਸਾਨੀਆ ਖਾਨ ਤਾਂ ਅਮਰੀਕਾ ਦੇ ਵਿੱਚ ਇੱਕ ਕੇਸ ਸੀਗਾ। UK ਦੇ ਵਿੱਚ ਪਿਛਲੇ ਦਸੰਬਰ ਰਣਜੀਤ ਗਿੱਲ ਦਾ ਇੱਕ ਇਹੋ ਜਿਹਾ ਕੇਸ ਪਾਇਆ ਗਿਆ। ਰਣਜੀਤ ਗਿੱਲ ਤਾਂ ਇੱਕ ਅਬਿਊਸਿਵ ਰਿਲੇਸ਼ਨਸ਼ਿਪ ਵਿੱਚ ਸੀਗੀ
ਹਸਬੈਂਡ ਨੂੰ ਛੱਡ ਨਹੀਂ ਸਕੀ ਤੇ ਉਸ ਹਸਬੈਂਡ ਨੇ ਕਿੰਨੀ ਬੇਰਹਿਮੀ ਦੇ ਨਾਲ ਰਣਜੀਤ ਗਿੱਲ ਦਾ ਮਰਡਰ ਕੀਤਾ। ਇਨਫੈਕਟ ਯੂਕੇ ਦੇ ਵਿੱਚ ਰਣਜੀਤ ਗਿੱਲ ਤੇ ਕੁਝ ਇਹੋ ਜਿਹੇ ਕੇਸਿਸ ਕਰਕੇ ਇੱਕ ਸਟੱਡੀ ਕੀਤੀ ਗਈ ਕਿ ਸਾਡੀ ਸਿੱਖ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਕਿੰਨੇ ਵੱਡੇ ਲੈਵਲ ਤੇ ਇਹੋ ਜਿਹੇ ਕੇਸਿਸ ਪਾਏ ਜਾਂਦੇ। ਇੱਕ ਕੌੜਾ ਸੱਚ ਹੈ, ਅਸੀਂ ਸੁਣਨਾ ਨਹੀਂ ਚਾਹੁੰਦੇ, ਗੱਲ ਨਹੀਂ ਕਰਨਾ ਚਾਹੁੰਦੇ, ਇਹਨੂੰ ਮੰਨਣਾ ਨਹੀਂ ਚਾਹੁੰਦੇ, ਬਟ ਇਸ ਇੱਕ ਸਟੱਡੀ ਨੇ ਸਾਨੂੰ ਦੱਸਿਆ ਹੈ, ਜਿਨ ਲੋਕਾਂ ਨੇ ਇਸ ਸਟੱਡੀ ਦੇ ਵਿੱਚ ਹਿੱਸਾ ਲਿੱਤਾ, ਜਿਨ ਪਾਰਟਿਸਿਪੈਂਟਸ ਨੇ ਆਪ ਦੇ ਜਵਾਬ ਦਿੱਤੇ ਸਟੱਡੀ ਦੇ ਵਿੱਚ ਜੋ ਯੂਕੇ 'ਚ ਹੋਈ ਹੈ, ਉਹਨਾਂ ਦੇ ਵਿੱਚੋਂ 70% ਇਹੋ ਜਿਹੇ ਅਬਿਊਸ, ਇਹੋ ਜਿਹੀ ਮਾੜੀ ਰਿਲੇਸ਼ਨਸ਼ਿਪਸ ਵਿੱਚ ਬੰਦੇ ਹੋਏ ਹੈ, ਮਜਬੂਰ ਹਨ, ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ। ਸਿੱਖ ਕਮਿਊਨਿਟੀ ਦੇ ਵਿੱਚ ਇਸ ਸਟੱਡੀ ਨੇ 70% ਇਹੋ ਜਿਹੇ ਕੇਸਿਸ ਪਾਏ। 70%, that's a big number. ਬਿਗ ਨੰਬਰ ਐਂਡ ਬਿਗ ਕੁਐਸਚਨ ਸਾਡੇ ਸਾਰਿਆਂ ਲਈ ਇੱਥੇ ਇਹੀ ਉੱਠਦਾ ਹੈ ਕਿ ਇੱਕ ਤਾਂ ਸਾਡੀ ਕਮਿਊਨਿਟੀ ਦੇ ਵਿੱਚ ਇੰਨੇ ਵੱਡੇ ਲੈਵਲ 'ਤੇ ਇਹ ਚੀਜ਼ਾਂ ਕਿਉਂ ਪਾਈ ਜਾਂਦੀਆਂ। ਇੱਕ ਵਾਰੀ ਫਿਰ ਕੁਝ ਇਹੋ ਜਿਹੇ ਅਨੋਖੇ ਐਟਰੀਬਿਊਟਸ ਹਨ ਸਾਡੇ ਸੱਭਿਆਚਾਰਕ, ਕਲਚਰਲ, ਰਿਲੀਜੀਅਸ ਤੌਰ 'ਤੇ ਸਾਨੂੰ ਕੀ ਮਜਬੂਰ ਕੀਤਾ ਜਾਂਦਾ ਹੈ ਕਿ ਭਾਵੇਂ ਜਿੰਨੀ ਮਰਜ਼ੀ ਮਾੜੀ ਤੁਹਾਡੀ ਰਿਲੇਸ਼ਨਸ਼ਿਪ ਹੋਏ, ਤੁਹਾਡਾ ਵਿਆਹ ਹੋਏ, ਉਹਦੇ 'ਚ ਹੀ ਤੁਸੀਂ ਟਿਕੇ ਰਹੋ, ਬਿਕੋਜ਼ ਵਿਆਹ ਇੱਕ ਇਹੋ ਜਿਹੀ ਚੀਜ਼ ਹੈ ਜੋ ਪਰਮਾਨੈਂਟ ਹੈ। ਭਾਵੇਂ ਉਹ ਤੁਹਾਨੂੰ ਮਾਰ ਵੀ ਕਿਉਂ ਨਾ ਦੇ, ਉਸ ਵਿਆਹ 'ਚ ਤੁਸੀਂ ਟਿਕੇ ਰਹੋ। ਕੀ ਅਸੀਂ ਇਸ ਚੀਜ਼ ਤੋਂ ਅੱਗੇ ਵੱਧ ਸਕਦੇ ਹਾਂ? ਕੀ ਅਸੀਂ ਆਪ ਦੀ ਜਨਾਨੀਆਂ ਨੂੰ ਜੋ ਨਵੇਂ ਇਮੀਗ੍ਰੈਂਟਸ ਇਸ ਮੁਲਕ 'ਚ ਆਉਂਦੇ ਆ ਉਹਨਾਂ ਨੂੰ ਸਪੋਰਟ ਕਰ ਸਕਦੇ ਹਾਂ ਜਦੋਂ ਉਹ ਇਹੋ ਜਿਹੇ ਰਿਸ਼ਤਿਆਂ ਦੇ ਵਿੱਚ ਬੰਦ ਜਾਂਦੀਆਂ ਜਿੱਥੇ ਉਹ ਟੋਟਲੀ ਡਿਪੈਂਡੈਂਟ ਹੈ ਆਪ ਦੇ ਹਸਬੈਂਡ 'ਤੇ, ਸਟੇਟਸ ਲਈ, ਪੈਸੇ ਲਈ, ਜਾਣਕਾਰੀ ਲਈ, ਇੱਥੇ ਸਿਸਟਮ ਦੇ ਵਿੱਚ ਕਿਸ ਤਰ੍ਹਾਂ ਆਪਣੇ ਆਪ ਨੂੰ ਕੰਡਕਟ ਕਰਨਾ ਹੈ। ਇਹੋ ਜਿਹੇ ਕੇਸਿਸ ਦੇ ਵਿੱਚ ਰਿਸੋਰਸਿਸ ਦੀ ਗੱਲ ਕੀਤੀ ਜਾਂਦੀ ਹੈ ਕਿ ਕੀ ਮਦਦ, ਕੀ ਹੈਲਪ ਕੀਤੀ ਜਾ ਸਕਦੀ ਹੈ ਇਹੋ ਜਿਹੇ ਵਿਕਟਮਸ ਦੀ। ਅੱਜ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਜਦੋਂ ਅਸੀਂ ਰਿਸੋਰਸਿਸ ਦੀ ਗੱਲ ਕਰਦੇ ਹਾਂ, ਇੱਕ ਹੋਰ ਇਹੋ ਜਿਹੀ ਸੰਸਥਾ ਲੈ ਕੇ ਅੱਜ ਅਸੀਂ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਇਹ ਸੰਸਥਾ ਵੀ ਖਾਸ ਕਰਕੇ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਉਨ ਯੂਨੀਕ ਐਸਪੈਕਟਸ ਨੂੰ ਟੈਕਲ ਕਰਦੀ ਹੈ ਜਿਹਦੇ ਕਰਕੇ ਸਾਡੀ ਕਮਿਊਨਿਟੀ ਦੇ ਵਿੱਚ ਡੋਮੈਸਟਿਕ ਵਾਇਲੈਂਸ, ਡੋਮੈਸਟਿਕ ਅਬਿਊਸ, ਸਪਾਊਸਲ ਅਬਿਊਸ ਜ਼ਿਆਦਾ ਪਾਇਆ ਜਾਂਦਾ ਹੈ। ਸਾਡੇ ਨਾਲ ਗੈਸਟ ਜੁੜੇ ਹਨ ਦਇਆ ਸੰਸਥਾ ਵੱਲੋਂ, ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹੋਰ ਜਾਣਕਾਰੀ ਲਵਾਂਗੇ ਕਿ ਕਿਉਂ ਸਾਊਥ ਏਸ਼ੀਅਨ ਕਮਿਊਨਿਟੀਜ਼ ਦੇ ਵਿੱਚ ਇਹੋ ਜਿਹਾ ਅਬਿਊਸ ਵੱਡੇ ਲੈਵਲ ਤੇ ਪਾਇਆ ਜਾਂਦਾ ਤੇ ਕਿਸ ਤਰ੍ਹਾਂ ਅਸੀਂ ਬਦਲਾਵ ਲੈ ਕੇ ਆ ਸਕਦੇ ਹਾਂ ਤਾਂ ਕਿ ਮਨਦੀਪ ਕੌਰ, ਰਣਜੀਤ ਗਿੱਲ, ਸਾਨੀਆ ਖਾਨ ਵਰਗੀ ਸਟੋਰੀਜ਼ ਜੋ ਟੂ ਲੇਟ ਹੋ ਜਾਂਦੀਆਂ ਉਹਨਾਂ ਦੇ ਬਾਰੇ ਸਾਨੂੰ ਨਾ ਸੁਣਨਾ ਪਏ। ਇਸੇ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਅੱਜ ਅਸੀਂ ਇੱਕ ਬਹੁਤ ਇੰਪੋਰਟੈਂਟ ਟੌਪਿਕ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਜਿਹਦੇ ਬਾਰੇ ਲਗਾਤਾਰ ਗੱਲ ਅਸੀਂ ਕਰੰਟ ਇਵੈਂਟਸ ਦੇ ਕੰਟੈਕਸਟ ਦੇ ਵਿੱਚ ਵੀ ਕਰ ਰਹੇ ਹਾਂ, ਬਟ ਇੱਕ ਜੋ ਸਾਡੀ ਕਮਿਊਨਿਟੀ ਦੇ ਵਿੱਚ ਵੱਡੇ ਲੈਵਲ 'ਤੇ ਮੁੱਦਾ ਬਣਿਆ ਹੋਇਆ ਉਹਦੇ ਨਾਲ ਸੰਬੰਧਿਤ ਵੀ ਗੱਲ ਕਰ ਰਹੇ ਹਾਂ। ਆਈ ਮੀਨ ਇਹ ਜੋ ਪ੍ਰੋਬਲਮ ਹੈ ਸਿਰਫ ਸਾਡੀ ਕਮਿਊਨਿਟੀ ਵਿੱਚ ਨਹੀਂ ਪਾਈ ਜਾਂਦੀ, ਬਟ ਸਾਡੀ ਕਮਿਊਨਿਟੀ ਦੇ ਵਿੱਚ ਜਾਂ ਅਗਰ ਤੁਸੀਂ ਸਾਊਥ ਏਸ਼ੀਅਨ ਕਮਿਊਨਿਟੀਜ਼ ਨੂੰ ਵੇਖੋ ਉਹਨਾਂ ਦੇ ਵਿੱਚ ਡੈਫੀਨੇਟਲੀ ਇਹ ਪ੍ਰੋਬਲਮ ਦਾ ਇੱਕ ਵੱਖਰਾ ਰੂਪ ਪਾਇਆ ਜਾਂਦਾ ਹੈ। ਜਦੋਂ ਅਸੀਂ ਡੋਮੈਸਟਿਕ ਵਾਇਲੈਂਸ ਜਾਂ ਡੋਮੈਸਟਿਕ ਅਬਿਊਸ ਦੀ ਗੱਲ ਕਰਦੇ ਹਾਂ ਸਾਡੀ ਕਮਿਊਨਿਟੀ ਵਿੱਚ ਖਾਸ ਕਰਕੇ, ਕੀ ਇਹੋ ਜਿਹੀ ਅਨੋਖੇ ਐਸਪੈਕਟਸ ਹਨ ਜਿਹਦੇ ਕਰਕੇ ਇਸ ਤਰ੍ਹਾਂ ਦਾ ਅਬਿਊਸ ਜ਼ਿਆਦਾ ਪ੍ਰਬੰਧਿਤ ਜਾਂ ਇੱਕ ਵੱਖਰੇ ਤੌਰ 'ਤੇ ਵੇਖਣ ਨੂੰ ਮਿਲਦਾ ਹੈ। ਇਸ ਚੀਜ਼ ਨੂੰ ਸਮਝਣ ਲਈ ਅੱਜ ਸਾਡੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਸੰਸਥਾ ਤੇ ਗੈਸਟ ਜੁੜੇ ਹਨ। ਉਹਨਾਂ ਤੋਂ ਅਸੀਂ ਇਹ ਜਾਣਕਾਰੀ ਪਾਵਾਂਗੇ ਕਿ ਕਿਸ ਤਰ੍ਹਾਂ ਸਾਊਥ ਏਸ਼ੀਅਨ ਕਮਿਊਨਿਟੀਜ਼ ਦੇ ਵਿੱਚ ਜਦੋਂ ਡੋਮੈਸਟਿਕ ਅਬਿਊਸ ਜਾਂ ਡੋਮੈਸਟਿਕ ਵਾਇਲੈਂਸ ਦੀ ਗੱਲ ਹੁੰਦੀ ਹੈ ਕੀ ਚੀਜ਼ਾਂ ਯੂਨੀਕ ਸਾਨੂੰ ਇੱਥੇ ਸਮਝਣ ਦੀ ਲੋੜ ਹੈਗੀ ਜਿਨ੍ਹਾਂ ਕਰਕੇ ਸ਼ਾਇਦ ਅਸੀਂ ਇਨ ਅਬਿਊਸ ਦੇ ਪੈਟਰਨਸ ਨੂੰ ਇੰਪਰੂਵ ਕਰ ਸਕੀਏ ਜਾਂ ਇਹਨਾਂ ਨੂੰ ਤੋੜ ਸਕੀਏ, ਇਹਨਾਂ ਨੂੰ ਰੋਕ ਸਕੀਏ ਤਾਂ ਕਿ ਮਨਦੀਪ ਕੌਰ ਜਿਸ ਤਰ੍ਹਾਂ ਦੇ ਕੇਸ ਪਾਏ ਜਾ ਰਹੇ ਇਹੋ ਜਿਹੀ ਕਹਾਣੀਆਂ ਨਾ ਸੁਣਨ ਨੂੰ ਮਿਲਣ। ਸਾਡੇ ਨਾਲ ਅੱਜ ਜੁੜੇ ਹਨ ਹਿਊਸਟਨ ਤੋਂ ਸੰਸਥਾ ਦਇਆ ਦੇ ਇੱਕ representative. Please join me in welcoming our guest for this evening.
Harima Mela, sab to pehle Harima, welcome to the show. Sat Sri Akal, namaskar. So good to have you. Thank you, Ashmita. Thank you for having me on the show. अच्छा लगा आपके साथ इधर आके. जी ਹਰੀਮਾ ਤੁਸੀਂ ਦਇਆ ਸੰਸਥਾ ਦੇ ਨਾਲ ਜੁੜੇ ਹੋਏ ਹੋ ਇਸ ਸੰਸਥਾ ਦਾ ਇੱਕ ਬਹੁਤ ਹੀ ਯੂਨੀਕ ਅਤੇ ਇੰਪੋਰਟੈਂਟ ਰੋਲ ਹੈ ਸਾਡੀ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਜਦੋਂ ਡੋਮੈਸਟਿਕ ਵਾਇਲੈਂਸ ਡੋਮੈਸਟਿਕ ਅਬਿਊਜ਼ ਦੀ ਗੱਲ ਆਉਂਦੀ ਹੈ ਸਭ ਤੋਂ ਪਹਿਲੇ ਤਾਂ ਮੈਂ ਚਾਹਾਂਗੀ ਕਿ ਜਿਨ੍ਹਾਂ ਨੂੰ ਨਹੀਂ ਇਸ ਸੰਸਥਾ ਬਾਰੇ ਪਤਾ ਉਹਨਾਂ ਨੂੰ ਤੁਸੀਂ ਜ਼ਰੂਰ ਸਾਨੂੰ ਸਾਰਿਆਂ ਨੂੰ ਐਕਚੁਅਲੀ ਥੋੜ੍ਹੀ ਜਿਹੀ ਬੈਕਗਰਾਊਂਡ ਦੇਵੋ ਕਦੋਂ ਇਹ ਸੰਸਥਾ ਸ਼ੁਰੂ ਹੋਈ ਅਤੇ ਕਿਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਇਨਵੋਲਵਡ ਹੈ ਪਿਛਲੇ ਕਿੰਨੇ ਸਾਲਾਂ ਤੋਂ दया अब 26 सालों से 26 सालों से ह्यूस्टन एरिया में मौजूद है और हम 1996 में फॉर्म हुए थे जब एक हमारी कम्युनिटी में सैडली एक मर्डर सुसाइड हुआ था तब एक इंडियन औरतों के ग्रुप ने ये इदारा फॉर्म किया उन्हें लगा कि कुछ ख़ास सपोर्ट की ज़रूरत है साउथ एशियन इंडियन पाकिस्तानी बंगाली नेपाली हमारी देसी कम्युनिटी की औरतों को कुछ ख़ास सपोर्ट की ज़रूरत है कि वो डोमेस्टिक वायलेंस के सिचुएशंस में से महफूज रह सकें और निकल सकें इसलिए तब वो इदारा बना और तब से हम सर्वाइवर्स को सपोर्ट कर रहे हैं कल्चरली स्पेसिफिक सर्विसेज के साथ जिससे मेरा मतलब है कि हम उनकी ज़बान बोलते हैं और हम उनका कल्चर समझते हैं ऐसे जो इश्यूज ख़ास हमारी कम्युनिटी में होते हैं जैसे कि इमिग्रेशन स्टेटस यहाँ पे आम तौर पर जो आते हैं अपने मुल्क से वो कभी कभार इंग्लिश नहीं बोलते उन्हें ड्राइविंग नहीं आती उनका इमिग्रेशन स्टेटस अपने हस्बैंड के साथ टाइड होता है जॉइंट होता है डिपेंडेंट तो हम वो समझते हैं और इन लॉ अब्यूज़ जो हमारी कम्युनिटी में होता है इन लॉज आम तौर पर जो सास बहू का हम सब जानते हैं कि कैसा रिलेशनशिप होता है हम वो समझते हैं उस चीज़ में हम इनको सपोर्ट करते हैं और एक चीज़ है लैक ऑफ ट्रस्ट कि सिस्टम को यहाँ पर लोग जो नए नए आते हैं वो जानते नहीं हैं कि पुलिस को कॉल करेंगे तो क्या होगा हम डिवोर्स करने की कोशिश करेंगे तो क्या होगा तो ये सब कल्चरल इश्यूज हम लेकर अपने क्लाइंट्स को सपोर्ट करते हैं कि अगर वो किसी अमेरिकन ऑर्गेनाइजेशन के पास जाएंगे उनको ये चीज़ें ज़ीरो से समझानी पड़ेंगी कि ये क्या होती हैं तो हम ऑलरेडी ये सब समझते हैं तो इसके अलावा मैं रिलीजियस अब्यूज़ भी मेंशन करना चाहूँगी हमारे क्लाइंट्स अक्सर हमें कहते हैं कि मज़हब का बहाना देकर उनको दबाया जाता है कि ये हमारे मज़हब के ख़िलाफ़ है या तो उनको अपने मज़हब को प्रैक्टिस करने से रोका जाता है ये चीज़ भी हम देखते हैं जी हरीमा जी I'm so glad ਕਿ ਤੁਸੀਂ ਇਨ ਚੀਜ਼ਾਂ ਬਾਰੇ ਸਾਨੂੰ ਸਪੈਸਿਫਿਕ ਜਾਣਕਾਰੀ ਦੇ ਰਹੇ ਹੋ ਜਿਸ ਤਰ੍ਹਾਂ ਸਕਰੀਨ ਤੇ ਵੀ ਲਿਖੀ ਹੋਈ ਜੋ ਇੱਕ ਗ੍ਰਾਫਿਕ ਹੈਗੀ ਵਿਊਅਰ ਸਾਡੇ ਵੇਖ ਸਕਦੇ ਆ ਕਿ ਕਿਸ ਤਰ੍ਹਾਂ ਜਦੋਂ ਅਸੀਂ ਸਾਊਥ ਏਸ਼ੀਅਨ ਜਾਂ ਆਪਣੀ ਦੇਸੀ ਕਮਿਊਨਿਟੀ ਦੇ ਵਿੱਚ ਗੱਲ ਕਰਦੇ ਹਾਂ ਅਬਿਊਜ਼ ਦੇ ਕੁਝ ਅਨੋਖੇ ਐਸਪੈਕਟਸ ਹੁੰਦੇ ਜੋ ਸਿਰਫ ਤਾਂ ਸਿਰਫ ਸਾਡੀ ਹੀ ਦੇਸੀ ਕਮਿਊਨਿਟੀ 'ਚ ਪਾਏ ਜਾਂਦੇ ਆ ਉਹਨਾਂ ਨੂੰ ਖਾਸ ਕਰਕੇ ਐਡਰੈਸ ਕਰਨਾ ਬਹੁਤ ਜ਼ਰੂਰੀ ਹੈ ਅਗਰ ਅਸੀਂ ਇਸ ਵੱਡੀ ਸਮੱਸਿਆ ਦਾ ਕੋਈ ਹੱਲ ਲੌਂਗ ਟਰਮ ਲਈ ਲੱਭਣਾ ਹੈ ਦੇਰ ਇਜ਼ ਅ ਕਪਲ ਆਫ ਥਿੰਗਸ ਇਨ ਏਰੀਆਜ਼ ਦੇ ਵਿੱਚ ਜੋ ਇੱਕ ਵਾਰੀ ਫਿਰ ਉਭਰ ਕੇ ਅੱਗੇ ਆ ਰਹੀਆਂ ਖਾਸ ਕਰਕੇ ਅਗਰ ਅਸੀਂ ਰੀਸੈਂਟ ਖਬਰਾਂ ਦੀ ਗੱਲ ਕਰੀਏ ਇੱਥੇ ਨਿਊਯਾਰਕ ਦੇ ਵਿੱਚ ਜਿੱਦਾਂ ਮਨਦੀਪ ਕੌਰ ਦਾ ਕੇਸ ਹੋਇਆ ਉਹਦੇ ਵਿੱਚ ਇਸ ਯੂਨੀਕ ਐਟਰੀਬਿਊਟਸ ਵਿੱਚੋਂ ਕਿੰਨੀ ਚੀਜ਼ਾਂ ਮੌਜੂਦ ਸੀਗੀਆਂ ਇਮੀਗ੍ਰੇਸ਼ਨ ਦਾ ਵੀ ਫਾਈਨੈਂਸ਼ੀਅਲ ਡਿਪੈਂਡੈਂਸੀ ਦਾ ਵੀ lack of understanding the system as well as a component ਕਿ religious ਜਾਂ community ਦੇ ਵਿੱਚ ਵੀ ਕਿਸ ਤਰ੍ਹਾਂ ਇਸ ਕੇਸ ਨੂੰ ਵੇਖਿਆ ਜਾ ਰਿਹਾ ਸੀ ਕਿ ਉਹ ਸਿਚੁਏਸ਼ਨ ਉਹਨੇ ਹੱਦ ਤੱਕ ਪਹੁੰਚੀ ਕਿ ਮਨਦੀਪ ਕੌਰ ਨੇ ਜੋ ਡਿਸੀਜਨ ਲਿੱਤਾ ਖੁਦਕੁਸ਼ੀ ਦਾ ਉੱਥੇ ਤੱਕ ਉਹਨੂੰ ਪੁਸ਼ ਕੀਤਾ ਗਿਆ ਬਿਫੋਰ ਵੀ ਟਾਕ ਸਪੈਸੀਫਿਕਲੀ ਅਬਾਊਟ ਮਨਦੀਪ ਕੌਰ though ਹਰੀਮਾ ਦਇਆ ਸੰਸਥਾ ਦੇ 26 ਸਾਲਾਂ ਦੇ ਵਿੱਚ how do you feel that ਇਹ ਜੋ ਡੋਮੈਸਟਿਕ ਵਾਇਲੈਂਸ ਦਾ ਆਪਣੀ ਦੇਸੀ ਕਮਿਊਨਿਟੀ ਵਿੱਚ ਇਹ ਮਸਲਾ ਹੈ ਇਹ ਕਿਸ ਤਰ੍ਹਾਂ ਇਵੋਲਵ ਹੋਇਆ ਹੈ ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਬਦਲਾਵ ਕੋਈ ਇੰਪਰੂਵਮੈਂਟ ਆਈ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਅਸੀਂ ਹਲੇ ਵੀ ਇਸੇ ਮੁਕਾਮ ਤੱਕ ਇਸੇ ਜਗ੍ਹਾ ਖੜੇ ਹਾਂ ਜਿੱਥੇ ਹਲੇ ਵੀ ਬਹੁਤ ਕੰਮ ਕਰਨਾ ਬਾਕੀ ਹੈ मुझे नज़र आता है कि कुछ सोसाइटी में चेंज आया है वक्त के साथ ख़ास तौर पे जो यंगर जनरेशन है वो थोड़ा डिफरेंटली सोचते हैं शादी के बारे में डिवोर्स के बारे में वो इन चीज़ों को
कभी कभार इतना नहीं समझते कि ये इतना बड़ा गुनाह है कि हम ऐसा बिल्कुल नहीं कर सकते कि हम अपनी शादी तोड़ें। नो, ये एक चेंज मुझे नजर आया है कि ओल्डर जनरेशन साउथ एशियंस डिवोर्स को कभी बहुत अनएक्सेप्टेबल समझते हैं, और यंगर जनरेशन शायद उतना अनएक्सेप्टेबल नहीं समझते हैं। एक मुझे एक माइंडसेट शिफ्ट भी नजर आया है कि ओल्डर जनरेशन का बहुत एक कोलेक्टिविस्टिक माइंडसेट, मतलब वो बहुत सोसाइटी को इम्पोर्टेंस देते हैं, अपने कम्युनिटी को। और यंगर जनरेशन भी देते हैं, लेकिन वो एक इंडिविजुअल फ्रीडम भी चाहते हैं, वो एक अपने अपने पाथ को भी फॉलो करना चाहते हैं कि ये हमारा ये डिसीजन है, अपने अपने डिसीजन खुद भी लेना चाहते हैं। और ज़रूरी नहीं कि जो उनके पेरेंट्स की डिसीजंस थी, ट्रेडिशंस थी, वो उन्हीं को फॉलो करें। लेकिन अभी भी मुझे नज़र आता है कि डोमेस्टिक वायलेंस का इश्यू हल बिल्कुल नहीं हुआ। साउथ एशियन कम्युनिटी में 5 में से 2 औरतें डोमेस्टिक वायलेंस का शिकार होंगी, 5 2, जिसका मतलब है कि अगर हमारे साथ ये खुद नहीं हुआ तो हम किसी को जानते हैं जिसके साथ हुआ है। हमारी माँ, हमारी मासी, हमारी फूफी, हमारी कजन, हमारी नेबर, हम सब किसी ना किसी को जानते हैं। इसका मतलब है कि ये हम सबको अफेक्ट करता है इश्यू। जी। ये सिर्फ एक प्राइवेट पर्सनल इश्यू नहीं है, ये एक पब्लिक हेल्थ का इश्यू है और लाइफ और डेथ का इश्यू है। I mean life or death ਤਾਂ ਬਿਲਕੁਲ unfortunately ਸਾਨੂੰ ਸਾਰਿਆਂ ਨੂੰ ਵੇਖਣ ਨੂੰ ਮਿਲਿਆ recently, but this is not a recent case only, right? ਇੱਕ ਵਾਰੀ ਫਿਰ ਮੈਂ ਥੋੜੀ ਜੀ ਕਿ ਤੁਹਾਡੀ ਸੰਸਥਾ ਦੀ ਇੰਨਾ ਲੰਬਾ ਇਤਿਹਾਸ ਰਿਹਾ ਹੈ ਇਸ ਏਰੀਆ ਦੇ ਵਿੱਚ, ਸਮਝਣਾ ਚਾਹਾਂਗੀ, you know, at what level are you seeing cases of abuse? Like ਤੁਹਾਨੂੰ ਕਿੰਨੇ ਕੁ cases ਇਸ ਤਰ੍ਹਾਂ ਦੇ ਵੇਖਣ ਨੂੰ ਮਿਲਦੇ ਹੈ, ਐਂਡ ਕਿਸ ਤਰ੍ਹਾਂ ਜ਼ਿਆਦਾ ਉਹ ਮੈਨੀਫੈਸਟ ਹੁੰਦੇ? Is there more domestic violence within relationships ਜੋ already ਸ਼ਾਦੀशुदा relationships ਹੁੰਦੀਆਂ, ਜੋ ਖਾਸ ਕਰਕੇ ਨਵੇਂ immigrants ਹੁੰਦੇ ਆ ਉਹਨਾਂ ਦੇ ਵਿੱਚ ਪਾਈ ਜਾਂਦੀਆਂ? Where are you seeing numbers of these kind of cases over the years? ਕਿੱਥੇ ਜ਼ਿਆਦਾ ਕਿਤੇ ਘੱਟ ਤੁਹਾਨੂੰ ਇਹ ਚੀਜ਼ਾਂ ਵੇਖਣ ਨੂੰ ਮਿਲਦੀਆਂ? गुड क्वेश्चन। और एक्चुअली हमने ये देखा है कि कोई आप ये पॉइंट नहीं कर सकते कि इस कम्युनिटी में ज्यादा होता है, इस एज में, इस रिलीजन में। डोमेस्टिक वायलेंस किसी को भी हो सकता है। हम देखते हैं कि एजुकेटेड और नॉन एजुकेटेड, हर रिलीजन के लोग, हर बैकग्राउंड के लोग, हर लैंग्वेज के लोग, हमने कुछ ऐसा देखा नहीं है कि किधर ये ज्यादा हो रहा है। इसका मतलब है कि ये किसी को भी हो सकता है और होता है। और हमारे, अगर आप नंबर्स का पूछें तो साल में 400-500 क्लाइंट्स को दाया सर्व करते हैं। तो ये बहुत बहुत कॉमन है। और हम सिर्फ ह्यूस्टन टेक्सास के एरिया में क्लाइंट्स को हेल्प करते हैं। कुछ आउट ऑफ स्टेट और आउट ऑफ कंट्री भी होते हैं, लेकिन मोस्टली सिर्फ एक सिटी में इतने होते हैं। और मैं जानती हूँ कि इससे और बहुत ज़्यादा केसेस हैं जो हमारे क्लाइंट्स नहीं बने, क्योंकि ये इशू खामोशी में रहता है और लोग डरते हैं, लोग कंफर्टेबल या सेफ नहीं फील करते हमेशा कि वो किसी इदारे को कांटेक्ट करें हेल्प के लिए। Why do you think that is, Harima? I mean, ਇਸ ਚੀਜ਼ ਨੂੰ ਅਸੀਂ ਹੋਰ ਡਿਟੇਲ ਵਿੱਚ ਵੀ ਡਿਸਕਸ ਕਰਾਂਗੇ, ਬਟ ਓਵਰਆਲ ਅਗਰ ਤੁਸੀਂ ਕੋਈ ਕਮੈਂਟ ਕਰਨਾ ਹੋਏ ਕਿ ਲੋਕੀ ਇਸ ਚੀਜ਼ ਨੂੰ ਅੱਗੇ ਨਹੀਂ ਲੈ ਕੇ ਆਉਂਦੇ ਜਾਂ ਜ਼ਿਆਦਾ ਟੋਲਰੇਟ ਕਰਦੇ ਹੈ, ਰਾਈਟ, ਖਾਸ ਕਰਕੇ ਦੇਸੀ ਕਮਿਊਨਿਟੀਆਂ ਦੇ ਵਿੱਚ, ਤੁਹਾਨੂੰ ਕਿਉਂ ਲੱਗਦਾ ਹੈ ਕਿ ਖਾਸ ਕਰਕੇ ਦੇਸੀਆਂ ਦੇ ਵਿੱਚ ਇਹੋ ਜਿਹੀ ਚੀਜ਼ਾਂ ਨੂੰ ਸਹਿਣ ਦੀ ਜ਼ਿਆਦਾ ਪ੍ਰਵੇਲੈਂਸ ਹੈਗੀ? ਜ਼ਿਆਦਾਤਰ ਸਾਨੂੰ ਇਹ ਵੇਖਣ ਨੂੰ ਮਿਲਦਾ ਹੈ ਕਿ ਲੋਕੀ ਇਹੋ ਜਿਹੀ ਸਿਚੁਏਸ਼ਨਸ ਦੇ ਵਿੱਚ ਸਾਲੋਂ ਸਾਲ ਬਰਦਾਸ਼ਤ ਕਰਦੇ ਰਹਿੰਦੇ ਹੈ ਇਹੋ ਜਿਹਾ ट्रीटमेंट। व्हाई डू यू थिंक दैट इज? हमारी कम्युनिटी में खामोशी बहुत है इस टॉपिक पे। हम इसको इतना एक शर्मिंदगी का टॉपिक समझते हैं, खास तौर पे फिजिकल अब्यूज। कोई औरत अगर कहे मुझे मारा पीटा जा रहा है, या सेक्सुअल अब्यूज भी, खास तौर पे मेरे साथ जिनसी तशद्दुद हो रहा है, मेरा हस्बैंड मुझे ऐसे फोर्स कर रहा है, ये टॉपिक्स इतना, हम इनको इतना शर्मिंदगी में रखते हैं कि इनके बारे में बात नहीं करते। तो जितनी खामोशी किसी चीज के ऊपर हो, उतनी वो चीज होती रहती है, मुसलसल होती रहती है, क्योंकि उसको रोशनी में लाया नहीं जा रहा, पब्लिकली डिस्कस नहीं किया जा रहा। तो फिर जो लोग ये मर्द खास तौर पे जो कर रहे हैं, वो, उनकी जिम्मेदारी नहीं ये रहती। फिर उनको कोई कहता नहीं है कि तुम ये क्या कर रहे हो, क्यों कर रहे हो, तो वो फिर एक रिस्पॉन्सिबिलिटी, अकाउंटेबिलिटी से बच जाते हैं। ये एक बहुत बड़ा रीजन है कि क्यों होता है हमारी कम्युनिटी में। दूसरा रीजन है रेप्यूटेशन कल्चर। हमारे कल्चर में हम बहुत ज्यादा इस चीज को इम्पोर्टेंस और अहमियत देते हैं कि हमारे बारे में कौन क्या सोच रहा है।
हम अपनी फैमिली में नहीं, अपनी डिसीजन को नहीं लेते, लेकिन तीसरी चौथी फैमिली के बारे में सोचते हैं कि वो अपने घर बैठे हमारे बारे में क्या सोच रहे होंगे, लोग क्या कहेंगे। ये एक बहुत बड़ी वजह है कि क्यों डोमेस्टिक वायलेंस हमारी कम्युनिटी में ज़्यादा है। ਇੱਕ ਵਾਰੀ ਫਿਰ ਹਨੀਮਾ ਤੁਸੀਂ ਇਹ ਸਾਰੀ ਚੀਜ਼ਾਂ ਮੈਂਸ਼ਨ ਕੀਤੀਆਂ, ਇਹ ਸਾਰੀ ਹੀ ਐਲੀਮੈਂਟਸ ਅਨਫੋਰਚੂਨੇਟਲੀ ਇਸ ਰੀਸੈਂਟ ਮਨਦੀਪ ਕੌਰ ਦੇ ਕੇਸ ਦੇ ਵਿੱਚ ਐਵੀਡੈਂਟ ਸੀਗੀਆਂ, ਪਾਈ ਗਈਆਂ। ਇਹਨਾਂ ਦੇ ਬਾਰੇ ਮੈਂ ਤੁਹਾਡੇ ਨਾਲ ਹੋਰ ਗੱਲ ਕਰਨਾ ਚਾਹੁੰਦੀ ਹਾਂ। ਐਂਡ ਦ ਮੋਸਟ ਇੰਪੋਰਟੈਂਟ ਕੁਐਸਚਨ ਹੀਅਰ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਰੋਕ ਕਿਸ ਤਰ੍ਹਾਂ ਸਕਦੇ ਹਾਂ, ਬਦਲਾਵ ਕਿਸ ਤਰ੍ਹਾਂ ਲੈ ਕੇ ਆ ਸਕਦੇ ਹਾਂ, ਜੋ ਇਹ ਵਿਕਟਮਸ ਹਨ ਉਹਨਾਂ ਨੂੰ ਇੰਪਾਵਰ ਕਿਸ ਤਰ੍ਹਾਂ ਕਰ ਸਕਦੇ ਹਾਂ, ਇਹਦੇ ਬਾਰੇ ਗੱਲ ਕਰਾਂਗੇ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ। ਹਰੀਮਾ ਮੇਲਾ ਫਰੋਮ ਦ ਸੰਸਥਾ ਦਇਆ, ਤੁਸੀਂ ਪਲੀਜ਼ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਵਿਊਅਰਸ ਤੁਸੀਂ ਵੀ ਕਿਤੇ ਨਾ ਜਾਓ। ਇੱਕ ਵਾਰੀ ਫਿਰ ਇਸ ਡੋਮੈਸਟਿਕ ਵਾਇਲੈਂਸ ਦੇ ਮੁੱਦੇ ਨੂੰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ, ਕੁਝ ਰਿਸੋਰਸਿਸ ਦੀ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹਾਂ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਅੱਜ ਅਸੀਂ ਇੱਕ ਵਾਰੀ ਫਿਰ ਉਹ ਟੌਪਿਕ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ ਜਿਹਦੇ ਬਾਰੇ ਅਕਸਰ ਗੱਲ ਨਹੀਂ ਹੁੰਦੀ, ਬਟ ਇਹ ਬਹੁਤ ਵੱਡੇ ਲੈਵਲ 'ਤੇ ਸਾਡੀ ਕਮਿਊਨਿਟੀ ਦੇ ਵਿੱਚ, ਖਾਸ ਕਰਕੇ ਦੇਸੀ ਕਮਿਊਨਿਟੀਜ਼ ਦੇ ਵਿੱਚ ਪਾਇਆ ਜਾਂਦਾ ਹੈ। ਸਭ ਤੋਂ ਪਹਿਲਾ ਕਦਮ ਇਸ ਚੀਜ਼, ਇਸ ਏਰੀਆ ਦੇ ਵਿੱਚ ਬਦਲਾਵ ਲੈ ਕੇ ਆਉਣ ਲਈ ਇਹੀ ਹੈਗਾ ਕਿ ਸਾਨੂੰ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਸਾਨੂੰ ਇਸ ਮੁੱਦੇ ਬਾਰੇ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ, ਭਾਵੇਂ ਉਹ ਡੋਮੈਸਟਿਕ ਵਾਇਲੈਂਸ ਹੋਏ, ਡੋਮੈਸਟਿਕ ਅਬਿਊਜ਼ ਹੋਏ, ਕਿਸੇ ਸ਼ਾਦੀशुदा ਪਰਿਵਾਰ ਦੀ ਗੱਲ ਅਸੀਂ ਕਰ ਵੀ ਰਹੇ ਹਾਂ, ਤਦ ਵੀ ਇਹ ਚੀਜ਼ਾਂ ਬਹੁਤ ਵੱਡੇ ਲੈਵਲ 'ਤੇ ਪਾਈ ਜਾਂਦੀਆਂ। ਰੀਸੈਂਟਲੀ ਮਨਦੀਪ ਕੌਰ ਦਾ ਕੇਸ ਜੋ ਕਿ ਇੱਥੇ ਹੀ ਰਿਚਮੰਡ ਹਿੱਲ ਨਿਊਯਾਰਕ ਦੇ ਵਿੱਚ ਹੋਇਆ, ਇਨ ਚੀਜ਼ਾਂ ਨੂੰ ਸਾਡੇ ਸਾਰਿਆਂ ਦੇ ਅੱਗੇ ਲੈ ਕੇ ਆਏ ਇੱਕ ਬਹੁਤ ਹੀ ਭਿਆਨਕ ਤਰੀਕੇ ਦੇ ਨਾਲ। ਸੋ ਕਿਉਂ ਹੋਇਆ, ਕਿਸ ਤਰ੍ਹਾਂ ਇਹੋ ਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕਦਾ, ਕਿਸ ਤਰ੍ਹਾਂ ਅਸੀਂ ਆਪਣੀ ਕਮਿਊਨਿਟੀ ਨੂੰ ਇੰਪਰੂਵ ਕਰ ਸਕਦੇ ਹਾਂ ਤਾਂ ਕਿ ਇਹੋ ਜਿਹੀ ਚੀਜ਼ਾਂ ਨਾ ਹੋਣ। इन चीज़ों को डिस्कस करने लिए साडे नाल जुड़े हैं दया संस्था तो हरीमा मेला। एक बारी फिर हरीमा, वेलकम बैक टू द शो। आई एम सो ग्लैड यू कैन जॉइन अस। दया संस्था पिछले 26 सालों तो इस इशू नू टैकल कर रही है। साउथ एशियन कम्यूनिटीज़ दे विच जो इहो जे विक्टम्स पाए जाते हैं उन्हां नू सपोर्ट ऑफर कर रही है in the Houston, Texas area. I want to show your helpline number on the screen as well. ਸਾਡੇ ਨਾਲ ਅਗਰ ਕੋਈ ਵੀ viewers ਜੁੜੇ ਹਨ ਜਿਨ੍ਹਾਂ ਨੂੰ ਇਹੋ ਜਿਹੀ ਸਰਵਿਸਿਜ਼ ਦੀ ਲੋੜ ਹੈ, ਜ਼ਰੂਰ ਤੁਸੀਂ ਸਕਰੀਨ ਤੇ ਲਿਖੀ ਹੋਈ ਇਨਫੋਰਮੇਸ਼ਨ ਨੂੰ ਨੋਟ ਕਰ ਸਕਦੇ ਹੋ। ਦਇਆ ਸੰਸਥਾ ਦੀ ਕੰਟੈਕਟ ਇਨਫੋਰਮੇਸ਼ਨ, ਹੈਲਪਲਾਈਨ ਅਤੇ ਵੈਬਸਾਈਟ ਸਕਰੀਨ ਤੇ ਲਿਖੀ ਹੋਈ ਹੈ। ਹਰੀਮਾ, you walked us through ਇਸ ਸੰਸਥਾ ਦੀ ਹਿਸਟਰੀ, ਕਿਸ ਤਰ੍ਹਾਂ ਇਹ ਸ਼ੁਰੂ ਹੋਈ ਤੇ ਅੱਜ ਦੀ ਡੇਟ ਦੇ ਵਿੱਚ ਹਲੇ ਵੀ ਕਿੰਨੀ ਕੁ ਲੋੜ ਹੈ ਇਹੋ ਜਿਹੇ ਰਿਸੋਰਸਿਸ, ਇਹੋ ਜਿਹੇ ਸਰਵਿਸਿਜ਼ ਦੀ। ਇਟਸ ਅਨਫੋਰਚੂਨੇਟ ਕਿ ਸਾਨੂੰ ਹਲੇ ਵੀ ਇੰਨੇ ਸਾਡੀ ਦੇਸੀ ਕਮਿਊਨਿਟੀ ਇੰਨੇ ਸਾਲਾਂ ਤੋਂ ਇੰਟੀਗ੍ਰੇਟ ਹੋਈ ਹੈ ਇਸ ਕੰਟਰੀ ਦੇ ਵਿੱਚ। ਐਜੂਕੇਸ਼ਨ ਪਾਈ ਜਾਂਦੀ ਹੈ ਵੱਡੇ ਲੈਵਲ 'ਤੇ, ਔਰਤਾਂ ਦੇ ਨਾਲ ਉਹੋ ਜਿਹਾ ਵਰਤਾਵ ਨਹੀਂ ਅਸੀਂ ਕਹਿ ਸਕਦੇ ਜੋ ਪਿਛਲੇ 50 ਜਾਂ 30 ਜਾਂ 40 ਸਾਲਾਂ ਪਹਿਲੇ ਹੁੰਦਾ ਸੀ, ਉਹ ਅੱਜ ਪਾਇਆ ਜਾਂਦਾ ਹੈ। ਬਟ ਕਿਤੇ ਨਾ ਕਿਤੇ ਕਮੀ ਰਹਿ ਗਈ ਹੈ। That even today, even in a place like New York City, right, ਜਿੱਥੋਂ ਮੈਂ ਤੁਹਾਡੇ ਨਾਲ ਜੁੜੀ ਹਾਂ, ਕਿ ਇੱਥੇ ਵੀ ਜਿੱਥੇ ਇੰਨੀ ਡਿਵਰਸਿਟੀ, ਇੰਨੇ ਰਿਸੋਰਸਿਸ, ਸਾਡੀ ਕਮਿਊਨਿਟੀ ਇੰਨੇ ਵੱਡੇ ਲੈਵਲ 'ਤੇ ਵਸਦੀ ਹੈ, ਉੱਥੇ ਵੀ ਮਨਦੀਪ ਕੌਰ ਵਰਗੇ ਕੇਸਿਸ ਹਲੇ ਵੀ ਹੋ ਰਹੇ ਹੈ। ਐਂਡ ਮਨਦੀਪ ਕੌਰ ਦਾ ਕੇਸ ਇੱਕ ਅਨੋਖਾ ਇਸ ਕਰਕੇ ਹੈ ਬਿਕੋਜ਼ ਸਾਨੂੰ ਇਹਦੇ ਬਾਰੇ ਕਿੰਨੇ ਵੱਡੇ ਲੈਵਲ 'ਤੇ ਸੁਣਨ ਨੂੰ ਮਿਲਿਆ, ਸੋਸ਼ਲ ਮੀਡੀਆ 'ਤੇ ਆਊਟਰੇਜ ਹੋਈ, ਬਟ that doesn't mean it's the only one. ਇਹੋ ਜਿਹੇ ਕਿੰਨੇ ਕੇਸਿਸ ਹਨ ਜਿਨ੍ਹਾਂ ਦੇ ਬਾਰੇ ਸਾਨੂੰ ਨਹੀਂ ਸੁਣਨ ਨੂੰ ਮਿਲਦਾ, ਜਿਨ੍ਹਾਂ ਦੀ ਆਵਾਜ਼ਾਂ ਨਹੀਂ ਬਾਹਰ ਤੱਕ ਪਹੁੰਚਦੀਆਂ, ਜਿਨ੍ਹਾਂ ਨੂੰ ਗਲੋਬਲ ਅਟੈਂਸ਼ਨ ਨਹੀਂ ਮਿਲਦੀ। ਲੈਟਸ ਟਾਕ ਅ ਲਿਟਲ ਬਿਟ ਅਬਾਊਟ ਮਨਦੀਪ ਕੌਰ ਬਿਕਾਜ਼ ਜੋ ਗ੍ਰਾਫਿਕ ਅਸੀਂ ਪਹਿਲੇ ਵਿਊਅਰਸ ਨਾਲ ਦਿਖਾ ਰਹੇ ਸੀ, ਉਸ ਗ੍ਰਾਫਿਕ ਦੇ ਵਿੱਚ ਭਾਵੇਂ ਇਮੀਗ੍ਰੇਸ਼ਨ ਹੋਏ, ਭਾਵੇਂ ਉਹ ਫਾਈਨੈਂਸ਼ੀਅਲ ਹੋਵੇ, ਭਾਵੇਂ ਉਹ ਰਿਲੀਜੀਅਸ ਹੋਵੇ, ਆਈਸੋਲੇਸ਼ਨ ਹੋਵੇ, ਲੈਂਗੁਏਜ ਦਾ ਬੈਰੀਅਰ ਹੋਵੇ, ਲੈਕ ਆਫ ਟਰਸਟ ਹੋਵੇ, ਇਹ ਸਾਰੀ ਚੀਜ਼ਾਂ ਕਿਤੇ ਨਾ ਕਿਤੇ ਮੌਜੂਦ ਸੀਗੀਆਂ। Harima, once again, when a case like this comes forward, right, how do you tackle that in our community? Unfortunately, Mandeep Kaur ਤਾਂ ਬਹੁਤ ਗਈ ਗੁਜ਼ਰੀ ਸਿਚੁਏਸ਼ਨ ਸੀਗੀ, ਉਹਨੇ ਇੱਕ ਇਹੋ ਜਿਹਾ ਕਦਮ ਲਿੱਤਾ ਜਿਹਦੇ ਕਰਕੇ ਉਹ ਹੈਲਪ ਨਹੀਂ ਪਾ ਸਕੀ। But if anyone in the community is a victim, ਜਿਨ੍ਹਾਂ ਨੂੰ ਇਹੋ ਜਿਹੀ ਚੀਜ਼ਾਂ ਵਿੱਚੋਂ ਇੱਕ ਜਾਂ ਦੋ ਜਾਂ ਤਿੰਨ ਚੀਜ਼ਾਂ ਵੀ ਮਹਿਸੂਸ ਹੋ ਰਹੀਆਂ, ਕੀ ਆਪਸ਼ਨਸ ਹੈ ਉਹਨਾਂ ਕੋਲ, ਖਾਸ ਕਰਕੇ ਨਵੇਂ ਇਮੀਗ੍ਰੈਂਟਸ ਕੋਲ?
मनदीप कौर की सिचुएशन से ये नजर आता है कि उसने वो किया जो उसको कहा गया सोसाइटी से। जब कोई औरत खास तौर पे वायलेंस के खिलाफ आवाज उठाती है तो यूजुअली उसे कहा जाता है कि कोई बात नहीं, ऐसा होता है, मर्द ऐसे ही होते हैं, चुप करके कॉम्प्रोमाइज कर लो, समझौता बर्दाश्त कर लो, सब्र कर लो। राइट, तो उसने वही किया जो उसको कहा गया सोसाइटी से। उसने जरूर अपनी फैमिली को बताया, उसने हेल्प लेने की कोशिश की, तो लेकिन वो हेल्प वो नहीं ले सकी। तो जो असर हुआ उसके ऊपर, उस बर्दाश्त का, वो हम देख सकते हैं मेंटली और फिजिकली उसके ऊपर जो गुजरी, वो हम इमेजिन भी नहीं कर सकते। तो जो हम मैसेज देते हैं विक्टिम्स को वो बदलना चाहिए। जब कोई हमें कहता है कि मेरे साथ ऐसा हो रहा है तो उस पर यकीन करना चाहिए और उसको सीरियसली लेना चाहिए। ये नहीं कहना चाहिए कि बर्दाश्त कर लो। वहां से शुरू होती है बात। और दूसरी बात, चेंज, अगर आप चेंज का पूछ रही हैं तो जेंडर के बारे में जैसे हम सोचते हैं तो वो चेंज होना चाहिए। औरत मर्द को बराबर समझना चाहिए। राइट, और लड़कों को सिखाना चाहिए कि वो लड़कियों की इज्जत करें, औरतों की इज्जत करें, प्यार करें। फैमिलीज, हेल्थी फैमिलीज क्या होती हैं उसका एक एग्जाम्पल देखें। क्योंकि जब बच्चे देखते हैं कि माँ बाप के बीच में ये हो रहा है, उन्हें वो नॉर्मल लगने लग जाता है और यूं ही फिर वो आगे आगे चलता रहता है, जनरेशनल साइकिल। वो भी फिर अपनी बड़े होकर अपनी शादियों में ऐसे ही करते हैं। तो ये साइकिल तोड़ना है हमें। हमें जेंडर को डिफरेंटली देखना है कि औरत कोई जायदाद नहीं होती, कोई प्रॉपर्टी नहीं होती अपने हस्बैंड की, ना अपने बाप की। राइट, वो एक इंसान होती है जिसको इज्जत और प्यार और सेफ्टी की जरूरत होती है। Absolutely, and it's a partnership, right, Harima? ਭਾਵੇਂ ਕਿਸੇ ਵੀ ਵਿਆਹ ਦੇ ਵਿੱਚ ਜਾਂ ਰਿਲੇਸ਼ਨਸ਼ਿਪ ਦੇ ਵਿੱਚ ਡਿਊਟੀਜ਼ ਤੁਸੀਂ ਜ਼ਰੂਰ ਵੰਡ ਦਿੰਦੇ ਹੋ ਕਿ ਇੱਕ ਬੰਦਾ ਇਹ ਕਰ ਰਿਹਾ, ਦੂਜਾ ਬੰਦਾ ਇਹ ਕਰ ਰਿਹਾ, ਡਿਪੈਂਡਿੰਗ ਔਨ ਯੋਰ ਸਿਚੁਏਸ਼ਨ, ਬਟ ਇਟਸ ਅ ਪਾਰਟਨਰਸ਼ਿਪ, ਰਾਈਟ? ਕਿ ਇਹ ਨਹੀਂ ਕਿ ਇੱਕ ਬੰਦਾ ਜ਼ਿਆਦਾ ਪਾਵਰਫੁਲ ਹੈ ਜਾਂ ਘੱਟ ਉਹਨਾਂ ਦੀ ਵੈਲਿਊ ਹੈ ਰਿਲੇਸ਼ਨਸ਼ਿਪ ਦੇ ਵਿੱਚ। ਐਂਡ ਆਈ ਥਿੰਕ ਦ ਵੈਲਿਊ that we put on a person ਉਹ ਬਹੁਤ ਇੱਕ ਫੈਕਟਰ ਵੱਡਾ ਪਲੇ ਕਰਦੀ ਹੈ। ਲੈਟਸ ਟਾਕ ਅਬਾਊਟ ਅ ਰੀਅਲੀ ਬਿਗ ਇਸ਼ੂ, ਖਾਸ ਕਰਕੇ ਜਦੋਂ ਇਹੋ ਜਿਹੇ ਅਬਿਊਸਿਵ ਕੇਸਿਸ ਅੱਗੇ ਆਉਂਦੇ ਹੈ। ਆਮ ਹੋਪਿੰਗ ਕਿ ਸ਼ਾਇਦ ਤੁਸੀਂ ਸਾਨੂੰ ਥੋੜ੍ਹਾ ਜਿਹਾ ਇਹਦੇ ਬਾਰੇ ਵੀ ਜਾਣਕਾਰੀ ਦੇ ਸਕਦੇ ਹੋ। ਸਾਨੂੰ ਸਭ ਤੋਂ ਵੱਡੀ ਇਹੀ ਚੀਜ਼ ਸੁਣਨ ਨੂੰ ਮਿਲਦੀ ਹੈ ਕਿ ਜਦੋਂ ਇਮੀਗ੍ਰੇਸ਼ਨ ਸਟੈਟਸ ਦੀ ਗੱਲ ਆਉਂਦੀ ਹੈ, ਖਾਸ ਕਰਕੇ ਨਵੇਂ ਇਮੀਗ੍ਰੈਂਟਸ ਲਈ ਜਿਨ੍ਹਾਂ ਨੂੰ ਇੱਥੇ ਦਾ ਸਿਸਟਮ ਦਾ ਨਾ ਪਤਾ ਹੋਏ, ਸ਼ਾਇਦ ਉਹਨਾਂ ਨੂੰ ਇਮੀਗ੍ਰੇਸ਼ਨ ਸਟੈਟਸ ਲੈ ਕੇ ਹੋਰ ਦਬਾਇਆ ਜਾਂਦਾ ਹੈ ਜਾਂ ਡਰਾਇਆ ਜਾਂਦਾ ਹੈ ਕਿ ਅਗਰ ਕੋਈ ਰਿਪੋਰਟ ਫਾਈਲ ਕੀਤੀ ਗਈ ਅਬਿਊਸਿਵ ਸਿਚੁਏਸ਼ਨ ਦੇ ਵਿੱਚ ਜਾਂ ਕਿਸੇ ਵਿਕਟਮ ਨੇ ਆਪਦੇ ਅਬਿਊਜ਼ਰ ਨੂੰ ਛੱਡਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਡਿਪੋਰਟ ਕੀਤਾ ਜਾਊਗਾ ਜਾਂ ਉਹਨਾਂ ਦੇ ਬੱਚੇ ਉਹਨਾਂ ਤੋਂ ਛਿਨ ਲਏ ਜਾਣਗੇ ਜਾਂ ਪੁਲਿਸ ਉਹਨਾਂ ਦਾ ਸਾਥ ਨਹੀਂ ਦਊਗੀ ਜਾਂ ਇਨ ਚੀਜ਼ਾਂ ਦੇ ਵਿੱਚ ਖਰਚਾ ਬਹੁਤ ਹੁੰਦਾ ਹੈ। ਸੋ ਇਨ ਚੀਜ਼ਾਂ ਨੂੰ ਤੁਸੀਂ ਕਿਸ ਤਰ੍ਹਾਂ ਟੈਕਲ ਕਰਦੇ ਔਰ ਵਾਟ ਵੁੱਡ ਯੂ ਸੇ ਟੂ ਵਿਕਟਮਸ ਔਰ ਪੋਟੈਂਸ਼ੀਅਲ ਲੋਕੀ ਜੋ ਸ਼ਾਇਦ ਇਸ ਸਿਚੁਏਸ਼ਨ ਦੇ ਵਿੱਚ ਗੁਜ਼ਰ ਰਹੇ ਹੈ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਡਰ ਜੋ ਪੈਦਾ ਕੀਤਾ ਗਿਆ ਹੈ ਉਹਦੇ ਖਿਲਾਫ ਤੁਸੀਂ ਕੀ ਕਹਿਣਾ ਚਾਹੋਗੇ? इमिग्रेशन का डर हम अक्सर देखते हैं कि जो अब्यूसिव हस्बैंड होते हैं वो अपनी बीवी को ऐसे धमकियां दे के डरा के रखते हैं। तो दाया जैसे ऑर्गेनाइजेशन हम इंफॉर्मेशन देते हैं ताकि जो विक्टिम, जो क्लाइंट्स हमारे साथ आते हैं, हम उन्हें फुल इंफॉर्मेशन दे सकें, वो अपनी इंफॉर्म डिसीजन ले सकें कि नहीं, पुलिस उनका इमिग्रेशन स्टेटस नहीं पूछते, अगर पूछा तो वो ऐसे करे, अगर उनका इमिग्रेशन स्टेटस ऐसे है तो वो डिवोर्स के जब अगर डिवोर्स हो गई तो क्या होगा, हम वो सब उनको एजुकेट करते हैं और उनको लॉयर्स के साथ कनेक्ट करते हैं कि वो लीगली कोई एक्शन ले सकें। और दाया एक डीओजे सर्टिफाइड ऑर्गेनाइजेशन है कि हम खुद भी इमिग्रेशन की सर्विसेज देते हैं क्लाइंट्स को, सिटीजनशिप, ग्रीन कार्ड, इस तरह की कुछ फाइलिंग्स में उनको बहुत हाथ पकड़ के A to Z हेल्प करते हैं। तो यहाँ पर हम ये सर्विसेज देते हैं ताकि क्लाइंट्स अपने इमिग्रेशन स्टेटस की वजह से ना रहें अब्यूसिव रिलेशनशिप्स में। ਤੁਸੀਂ ਕਿਹਾ ਕਿ ਦਇਆ ਡਿਪਾਰਟਮੈਂਟ ਆਫ ਜਸਟਿਸ ਸਰਟੀਫਾਈਡ ਆਰਗੇਨਾਈਜੇਸ਼ਨ ਹਨ, ਤੁਸੀਂ ਖੁਦ ਵੀ ਇਮੀਗ੍ਰੇਸ਼ਨ ਕੁਛ ਰਿਸੋਰਸਿਸ ਐਂਡ ਸਰਵਿਸਿਜ਼ ਪ੍ਰੋਵਾਈਡ ਕਰ ਸਕਦੇ। ਤੁਹਾਡੀ ਕੰਟੈਕਟ ਇਨਫੋਰਮੇਸ਼ਨ ਮੈਂ ਇੱਕ ਵਾਰੀ ਫਿਰ ਸਕਰੀਨ 'ਤੇ ਦਿਖਾਉਣਾ ਚਾਹਾਂਗੀ, ਤੁਹਾਡੀ ਡਾਇਰੈਕਟ ਹੈਲਪਲਾਈਨ ਅਤੇ ਵੈਬਸਾਈਟ, ਅਗਰ ਕੋਈ ਵੀ ਸਾਡੇ ਵਿਊਅਰਸ ਜੋ ਵੇਖ ਰਹੇ ਇਹ ਜਾਣਕਾਰੀ ਦੇ ਬਾਰੇ ਹੋਰ ਤੁਹਾਡੇ ਨਾਲ ਜੁੜ ਕੇ ਸਿੱਖਣਾ ਚਾਹੁੰਦੇ ਹੈ। Harima, this is such a big and ongoing topic, unfortunately. ਇਸ ਏਰੀਆ ਦੇ ਵਿੱਚ ਬਹੁਤ ਕੰਮ ਬਾਕੀ ਹੈ। There's a lot of things that need to change, right?
ਐਂਡ ਇਹ ਓਵਰਨਾਈਟ ਨਹੀਂ ਹੋਏਗਾ, ਇਟ ਵਿਲ ਟੇਕ ਟਾਈਮ। ਬਟ ਅਗਰ ਅਸੀਂ ਸ਼ਾਰਟ ਟਰਮ ਦੀ ਗੱਲ ਕਰਨੀ ਹੋਏ, ਕੀ ਤੁਸੀਂ ਆਪਣੇ ਵੱਲੋਂ ਇੱਕ ਕਾਲ ਟੂ ਐਕਸ਼ਨ ਦੇ ਸਕਦੇ ਹੋ ਵਿਊਅਰਸ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਹੋਰ ਕੀ ਕੁਛ ਕਰਨਾ ਚਾਹੀਦਾ, ਕਿਨ ਏਰੀਆਜ਼ ਦੇ ਵਿੱਚ ਹਲੇ ਵੀ ਸਾਡੀ ਐਫਰਟਸ ਲੈਕਿੰਗ ਹਨ, ਕਿ ਸਾਨੂੰ ਇਹੋ ਜਿਹੇ ਕੇਸਿਸ ਵੇਖਣ ਨੂੰ ਮਿਲਦੇ ਹੈ। what can we do or should we be doing in the near future? हम सबको एज अ कम्युनिटी ये रियलाइज करना चाहिए कि हमारे साथ भी हो सकता था, हम भी मनदीप कौर हो सकते थे। तो हमें इन विक्टिम्स को कुछ बेचारा या कुछ अलग नहीं समझना चाहिए, वो भी हमारे जैसे ही हैं। और हमें रियलाइज करना चाहिए कि हमें अवेयरनेस फैलानी चाहिए और इस इशू के बारे में बात करनी चाहिए अपनी फैमिलीज़ में, अपने रिलीजियस ऑर्गेनाइजेशंस में, अपने स्कूल्स यूनिवर्सिटीज़ में। हमें इसको रोशनी में लाना चाहिए इस टॉपिक को, क्योंकि हम जानते हैं कि ये अंधेरे में, ये खामोशी में होता रहता है। और हमें विक्टिम्स जो हमें कुछ कहते हैं, हमें उनको सपोर्ट करना चाहिए, उनकी प्राइवेसी, उनकी कॉन्फिडेंशियलिटी को मेंटेन करना चाहिए। और हमें ये कोशिश नहीं करनी चाहिए कि हम उन्हें दबा कर रखें, कि उन्हें कहें कि नहीं तुम रह लो, इसको सह लो, बर्दाश्त कर लो। हमें ऐसा नहीं करना चाहिए। और हमें बस कलेक्टिव आकर मिलना चाहिए एक दूसरे के साथ, कि हम रियलाइज करें कि ये हम सबकी जिम्मेदारी है। अगर ये हमारे कल्चर में, सोसाइटी में हो रहा है, तो ये हम सबको अफेक्ट करता है और ये हम सबकी जिम्मेदारी है कि हम इसको ख़त्म करें। जी ਹਰੀਮਾ, ਵਨਸ ਅਗੈਨ ਦਇਆ ਸੰਸਥਾ ਵੱਲੋਂ ਤੁਸੀਂ ਸਾਡੇ ਨਾਲ ਜੁੜੇ, ਮੈਂ ਦਇਆ ਦੀ ਕੰਟੈਕਟ ਇਨਫੋਰਮੇਸ਼ਨ ਸਕਰੀਨ 'ਤੇ ਦਿਖਾਉਣਾ ਚਾਹੁੰਦੀ ਹਾਂ। ਤੁਸੀਂ ਕਿਹਾ ਕਿ ਸਾਨੂੰ ਵਿਕਟਮਸ ਦੇ ਨਾਲ ਇੱਕ ਸਪੋਰਟ ਦੇ ਤੌਰ 'ਤੇ ਖੜਨਾ ਚਾਹੀਦਾ ਹੈ। ਜਸਟ ਟਾਕਿੰਗ ਫਰਮ ਪਰਸਨਲ ਐਕਸਪੀਰੀਅੰਸ, ਜਿਸ ਤਰ੍ਹਾਂ ਕਮਿਊਨਿਟੀਜ਼ ਕਦੀ ਕਵਾਰ ਗੱਲ ਕਰਦੀਆਂ, ਜਦੋਂ ਕੋਈ ਤੁਹਾਨੂੰ ਅੱਗੇ ਆ ਕੇ ਕਹਿੰਦਾ ਕਿ ਮੇਰੇ ਨਾਲ ਇਹ ਹੋ ਰਿਹਾ ਹੈ, ਉਹ ਕੋਈ ਗੌਸਿਪ ਨਹੀਂ ਹੁੰਦੀ ਹੈ ਨਾ, ਉਹ ਕੋਈ ਮਤਲਬ ਮਿਰਚ ਮਸਾਲਾ ਲਗਾ ਕੇ ਅੱਗੇ 10 ਲੋਕਾਂ ਨੂੰ ਦੱਸਣ ਵਾਲੀ ਗੱਲ ਨਹੀਂ ਹੁੰਦੀ। that can be a really serious case, right? So once again, ਭਾਵੇਂ ਉਹ ਤੁਹਾਡੇ ਕੋਈ ਜਾਣਕਾਰ ਹੋਣ, ਤੁਹਾਡੇ ਕਰੀਬੀ ਦੇ ਕੋਈ ਰਿਸ਼ਤੇਦਾਰ ਜਾਂ ਮਿੱਤਰ ਹੋਣ, ਜਾਂ just unknown case, ਅਗਰ ਤੁਹਾਨੂੰ ਇਹੋ ਜਿਹੀ ਚੀਜ਼ਾਂ ਬਾਰੇ ਪਤਾ ਲੱਗਦਾ ਹੈ, one organization that can help is ਦਇਆ। ਉਹਨਾਂ ਦੀ ਸਕਰੀਨ 'ਤੇ ਲਿਖੀ ਹੋਈ ਇਨਫੋਰਮੇਸ਼ਨ ਜ਼ਰੂਰ ਨੋਟ ਕਰ ਲਓ। ਹਰੀਮਾ ਮੇਲਾ, ਥੈਂਕ ਯੂ ਸੋ ਮਚ, ਡਾਇਰੈਕਟਰ ਆਫ ਕਲਾਇੰਟ ਸਰਵਿਸਿਜ਼ ਫਰਮ ਦਇਆ, ਤੁਸੀਂ ਸਾਡੇ ਨਾਲ ਜੁੜੇ ਅਤੇ ਇਸ ਟੌਪਿਕ 'ਤੇ ਚਾਨਣ ਪਾਇਆ। ਇੱਕ ਵਾਰੀ ਫਿਰ ਇਹੋ ਜਿਹੀ ਚੀਜ਼ਾਂ ਨੂੰ ਡਿਸਕਸ ਕਰਨਾ ਪਹਿਲਾ ਕਦਮ ਹੁੰਦਾ। ਥੈਂਕ ਯੂ ਫॉर योर टाइम and thank you for the work that your organization is doing. Once again, contact information screen te likhi hui hai. Harima, have a good rest of your evening. Sat Sri Akal. Thank you, Ashmita. You as well. Take care. ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਵਨਸ ਅਗੈਨ ਇਸ ਮੁੱਦੇ ਨੂੰ ਲੈ ਕੇ ਇੱਕ ਪ੍ਰੋਗਰਾਮ ਜਾਂ 2-3 ਪ੍ਰੋਗਰਾਮਸ ਦੇ ਨਾਲ ਗੱਲ ਨਹੀਂ ਬਣਨੀ, ਸਾਨੂੰ ਇੱਕ ਕਮਿਊਨਿਟੀ ਵਾਈਡ ਬਦਲਾਵ ਲੈ ਕੇ ਆਉਣ ਦੀ ਲੋੜ ਹੈ, ਤਾਂ ਕਿ ਕੱਲ੍ਹ ਇੱਕ ਹੋਰ ਕੋਈ ਮਨਦੀਪ ਕੌਰ ਦਾ ਕੇਸ ਨਾ ਅੱਗੇ ਆਏ। ਮਨਦੀਪ ਕੌਰ ਦੇ ਬਾਰੇ ਅਸੀਂ ਹੁਣ ਅਕਸਰ ਗੱਲ ਜ਼ਰੂਰ ਕਰਦੇ ਹਾਂ, ਬਟ ਕਿੰਨੇ ਇਹੋ ਜਿਹੇ ਕੇਸਿਸ ਹਨ ਜਿਨ੍ਹਾਂ ਦੇ ਬਾਰੇ ਤਾਂ ਗੱਲ ਵੀ ਨਹੀਂ ਹੁੰਦੀ, ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਵੀ ਨਹੀਂ ਹੈਗਾ, ਜੋ ਵਿਕਟਮਸ ਖਾਮੋਸ਼ੀ ਦੇ ਵਿੱਚ ਸਫਰ ਕਰ ਰਹੇ ਹੈ। ਉਹਨਾਂ ਦੇ ਲਈ, ਉਨ ਬੱਚਿਆਂ ਲਈ, ਬੇਟੀਆਂ ਲਈ, ਉਨ ਵਿਕਟਮਸ ਲਈ, ਭਾਵੇਂ ਉਹ ਕੁੜੀਆਂ ਹੋਣ ਜਾਂ ਮਰਦ ਹੋਣ, ਜੋ ਡੋਮੈਸਟਿਕ ਵਾਇਲੈਂਸ, ਡੋਮੈਸਟਿਕ ਅਬਿਊਜ਼ ਦੇ ਵਿਕਟਮਸ ਹਨ, ਉਹਨਾਂ ਨੂੰ ਐਮਪਾਵਰ ਕਰਨ ਲਈ, ਉਹਨਾਂ ਨੂੰ ਸਹਾਰਾ ਦੇਣ ਲਈ ਅਤੇ ਉਹਨਾਂ ਉੱਤੇ ਜੋ ਅਤਿਆਚਾਰ ਹੋ ਰਿਹਾ ਉਹਨੂੰ ਰੋਕਣ ਲਈ ਸਾਡੇ ਸਾਰਿਆਂ ਦੀ ਐਫਰਟ ਦੀ ਲੋੜ ਹੈਗੀ, ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ, ਤਾਂ ਕਿ ਇਹੋ ਜਿਹੀ ਚੀਜ਼ਾਂ ਅੱਗੇ ਨਾ ਹੋਣ। ਅੱਜ ਦੇ ਮੁੱਦੇ ਨੂੰ ਲੈ ਕੇ ਸਾਡੇ ਲਈ, ਸਾਡੇ ਗੈਸਟਸ ਲਈ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।